ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਬਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ 52 ਅੱਖਰੀ ਕਬੀਰ ਜੀਓ ਕੀ। ਇਕ ਓੰਕਾਰ ਸਤਨਾਮ ਗੁਰ ਪ੍ਰਸਾਦ। ਹਾ ਹੋਤ ਹੋਵੇ ਨਹੀਂ ਜਾਨਾ, ਜਬ ਹੀ ਹੋਵੇ ਤਬ ਹੈ ਮਨ ਮਾਨਾ। ਹੈ ਤੋ ਸਹੀ ਲਖੈ ਜੋ ਕੋਈ, ਤਬ ਉਹੀ ਓਹੋ ਇਹੋ ਨਾ ਹੋਈ। ਹਾ ਹੋਤ ਹੋਏ ਨਹੀਂ ਜਾਨਾ, ਜਬ ਹੀ ਹੋਏ ਤਬ ਹੈ ਮਨ ਮਾਨਾ। ਹੈ ਤੋ ਸਹੀ ਲਖੈ ਜੋ ਕੋਈ, ਤਬ ਉਹੀ ਓ ਇਹ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ 52 ਅੱਖਰੀ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ 52 ਅੱਖਰੀ 342 ਅੰਗ ਤੇ ਭਗਤ ਕਬੀਰ ਜੀ ਕਥਨ ਕਰਦੇ ਹਨ। ਹਾ ਹੋਤ ਹੋਏ ਨਹੀਂ ਜਾਨਾ,
ਭਗਤ ਜੀ ਹਾਹੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਇਹ ਜੀਵ ਉਸ ਵਿੱਚ ਮਿਲ ਕੇ ਬ੍ਰਹਮ ਰੂਪ ਹੋ ਤਾਂ ਸਕਦਾ ਸੀ, ਪਰੰਤੂ ਨਹੀਂ ਜਾਣਾ। ਪਰੰਤੂ ਸੰਸਾਰ ਦੇ ਪਦਾਰਥਾਂ ਦੇ ਲਾਲਚ ਵਿੱਚ ਲੱਗ ਕੇ ਇਸ ਨੇ ਹੋਣਾ ਨਹੀਂ ਜਾਣਿਆ। ਹਾਹਾ ਹੋਤ ਹੋਏ ਨਹੀਂ ਜਾਣਾ। ਹਾਹੇ ਅੱਖਰ ਦੁਆਰਾ ਕਥਨ ਕਰਦੇ ਹਨ ਭਗਤ ਜੀ ਕਿ ਇਹ ਜੀਵ ਉਸ ਪਰਮੇਸ਼ਰ ਵਿੱਚ ਮਿਲ ਕੇ ਪਰਮੇਸ਼ਰ ਦਾ ਰੂਪ ਹੋ ਤਾਂ ਸਕਦਾ ਸੀ, ਪਰੰਤੂ ਸੰਸਾਰ ਦੇ ਪਦਾਰਥਾਂ ਦੇ ਲਾਲਚਾਂ ਵਿੱਚ ਲੱਗ ਕੇ ਇਸ ਨੇ ਹੋਣਾ ਨਹੀਂ ਜਾਣਿਆ। ਪਦਾਰਥਾਂ ਦੇ ਵਿੱਚ ਲੱਗ ਕੇ ਉਹਨਾਂ ਦੇ ਵਿੱਚ ਹੀ ਖਚਿਤ ਹੋ ਗਿਆ। ਜਬ ਹੀ ਹੋਏ, ਜਦੋਂ ਹੀ ਇਸ ਦੇ ਅੰਦਰ ਪਰਮੇਸ਼ਰ ਪ੍ਰਤੀ ਸਰਧਾ ਹੋ ਜਾਵੇ, ਤਬ ਹੈ ਮਨ ਮਾਨਾ, ਪਰਮੇਸ਼ਰ ਦੇ ਧਿਆਨ ਵਿੱਚ ਜੁੜਿਆ ਹੋਇਆ ਹੋਵੇ, ਤਬ ਹੈ ਤਦੋਂ ਮਨ ਸ਼੍ਰੋਮਣੀ ਗੁਰਾਂ ਦੇ ਮੰਤਰ ਨੂੰ ਮੰਨ ਕਰਕੇ ਬ੍ਰਹਮ ਸਰੂਪ ਹੋ ਜਾਂਦਾ ਹੈ। ਉਸ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦਾ ਹੈ ਉਸ ਪਰਮੇਸ਼ਰ ਦੇ ਨਾਲ ਜੁੜ ਕੇ। ਹਾਹਾ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬ ਹੈ ਮਨ ਮਾਨਾ। ਭਗਤ ਕਬੀਰ ਜੀ ਹਾਹੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਇਹ ਜੀਵ ਉਸ ਪਰਮੇਸ਼ਰ ਵਿੱਚ ਮਿਲ ਕੇ ਪਰਮੇਸ਼ਰ ਦਾ ਰੂਪ ਹੋ ਤਾਂ ਸਕਦਾ ਸੀ, ਪਰ ਸੰਸਾਰ ਦੇ ਪਦਾਰਥਾਂ ਦੇ ਲਾਲਚਾਂ ਵਿੱਚ ਲੱਗ ਕੇ ਇਸ ਨੇ ਹੋਣਾ ਨਹੀਂ ਜਾਣਿਆ। ਸੰਸਾਰ ਦੇ ਪਦਾਰਥਾਂ ਵਿੱਚ ਹੀ ਉਲਝ ਗਿਆ। ਜਦੋਂ ਹੀ ਇਸ ਦੇ ਅੰਦਰ ਪਰਮੇਸ਼ਰ ਪ੍ਰਤੀ ਸਰਧਾ ਹੋ ਜਾਵੇ, ਜਬ ਹੈ ਕਿ ਜਦੋਂ ਪਰਮੇਸ਼ਰ ਦੇ ਧਿਆਨ ਵਿੱਚ ਜੁੜਿਆ ਹੋਵੇ, ਤਬ ਹੈ ਮਨ ਮਾਨਾ, ਤਦੋਂ ਸ਼੍ਰੋਮਣੀ ਇਸ ਦਾ ਮਨ ਤਦੋਂ ਸ਼੍ਰੋਮਣੀ ਗੁਰਾਂ ਦੇ ਮੰਤਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਲੈ ਕੇ ਇਹ ਬ੍ਰਹਮ ਸਰੂਪ ਉਸ ਪਰਮੇਸ਼ਰ ਦਾ ਸਰੂਪ ਹੋ ਸਕਦਾ ਹੈ ਜਿਹੜਾ ਗੁਰੂ ਮੰਤਰ ਦਿੰਦਾ ਹੈ। ਵਾਹਿਗੁਰੂ ਜਾਪ ਹਉਮੈ ਮਲ ਖੋਈ, ਜਿਸ ਨੇ ਵਾਹਿਗੁਰੂ ਦਾ ਮੰਤਰ ਜਪਣਾ ਕੀਤਾ ਹੈ, ਹਉਮੈ ਚਲੀ ਜਾਂਦੀ ਹੈ, ਹੰਕਾਰ ਚਲਿਆ ਜਾਂਦਾ ਹੈ, ਪਦਾਰਥਾਂ ਦਾ ਲਾਲਚ ਚਲਿਆ ਜਾਂਦਾ ਹੈ। ਫਿਰ ਹੀ ਇਹ ਬ੍ਰਹਮ ਦਾ ਸਰੂਪ ਹੁੰਦਾ ਹੈ ਨਾਮ ਜਪ ਕੇ। ਭਗਤ ਜੀ ਅੱਗੇ ਕਹਿਣ ਲੱਗੇ ਹੈ ਤੋ ਸਹੀ, ਕਹਿਣ ਲੱਗੇ ਹੈ ਭਾਈ ਇਹ ਜੀਵ ਹੈ ਤਾਂ ਸਹੀ, ਨਿਸ਼ਚੇ ਕਰਕੇ ਉਸ ਬ੍ਰਹਮ ਦਾ ਸਰੂਪ ਹੀ ਹੈ, ਉਸ ਪਰਮੇਸ਼ਰ ਦਾ ਸਰੂਪ ਹੀ ਹੈ। ਕਿਉਂਕਿ ਜਿਹੜੀ ਆਤਮਾ ਹੈ ਇਹ ਪਰਮਾਤਮਾ ਦੀ ਅੰਸ਼ ਹੈ, ਉਸ ਦੇ ਨਾਲੋਂ ਵਿਛੜ ਕੇ ਆਈ ਹੋਈ ਹੈ ਤੋ ਸਹੀ। ਕਹਿਣ ਲੱਗੇ ਹੈ ਭਾਈ ਇਹ ਜੀਵ ਹੈ ਤਾਂ ਸਹੀ, ਨਿਸ਼ਚੇ ਕਰਕੇ ਉਸ ਬ੍ਰਹਮ ਦਾ ਉਸ ਪਰਮੇਸ਼ਰ ਦਾ ਸਰੂਪ ਹੀ ਹੈ, ਪਰੰਤੂ ਲਖੈ ਜੋ ਕੋਈ, ਜੇਕਰ ਕੋਈ ਗੁਰਾਂ ਦੁਆਰਾ ਲਖੈ ਜਾਣਨਾ ਕਰੇ, ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਜੇ ਇਹ ਜਾਣਨਾ ਕਰੇ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਆਪੇ ਦੀ ਪਛਾਣ ਕਰੇ ਤਾਂ ਇਹ ਪਰਮੇਸ਼ਰ ਦਾ ਸਰੂਪ ਹੀ ਹੈ। ਪਰਮੇਸ਼ਰ ਦੇ ਨਾਲ ਇੱਕ ਮਿਕ ਹੋ ਜਾਏ ਤਾਂ ਪਰਮੇਸ਼ਰ ਦਾ ਸਰੂਪ ਹੀ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਜਦੋਂ ਇਹ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਕਰ ਲੇ ਤਾਂ ਇੱਕ ਹੀ ਹੈ, ਤਬ ਉਹੀ ਉਹ ਇਹ ਨਾ ਹੋਈ। ਤਬ ਤਦੋਂ ਉਹ ਬ੍ਰਹਮ ਹੀ ਰਹਿ ਜਾਂਦਾ ਹੈ, ਇਹ ਜੀਵ ਰੂਪ ਨਹੀਂ ਹੁੰਦਾ ਕਿ ਜਦੋਂ ਇਹ ਗੁਰਾਂ ਦੁਆਰਾ ਜਾਣਨਾ ਕਰੇਗਾ ਤਦੋਂ ਉਹ ਹੀ ਬ੍ਰਹਮ ਹੀ ਰਹਿ ਜਾਂਦਾ ਹੈ, ਇਹ ਜੀਵ ਰੂਪ ਨਹੀਂ ਹੁੰਦਾ। ਪੰਡਤ ਕਹਿਣ ਲੱਗੇ ਹੈ ਕਬੀਰ ਜੀ, ਜੇਕਰ ਪਰਮੇਸ਼ਰ ਦਾ ਇਤਨਾ ਆਨੰਦ ਹੈ, ਤੁਸੀਂ ਕਹਿੰਦੇ ਹੋ
ਜੇ ਪਰਮੇਸ਼ਰ ਦਾ ਨਾਮ ਜਪੇ ਆਨੰਦ ਆ ਜਾਂਦਾ ਹੈ। ਆਨੰਦ ਆਉਣ ਦੇ ਨਾਲ ਉਸ ਦਾ ਸਰੂਪ ਹੋ ਜਾਂਦਾ ਹੈ, ਤਾਂ ਸਾਰੇ ਉਸ ਆਨੰਦ ਨੂੰ ਕਿਉਂ ਨਹੀਂ ਪ੍ਰਾਪਤ ਕਰਦੇ। ਸੁਣ ਕੇ ਭਗਤ ਕਬੀਰ ਜੀ ਫਰਮਾਉਂਦੇ ਹਨ, ਲਿਉ ਲਿਉ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਬਹੁ ਸੋਗ। ਲਖਮੀ ਬਾਰ ਸਿਉ ਜੋ ਲਿਉ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਭਗਤ ਕਬੀਰ ਜੀ ਕਹਿਣ ਲੱਗੇ, ਲਿਉ ਲਿਉ ਕਰਤ ਫਿਰੈ ਸਭ ਲੋਕ। ਕਹਿੰਦੇ, ਹੇ ਭਾਈ, ਸੰਸਾਰ ਦੇ ਸਾਰੇ ਲੋਕ ਤਾਂ ਲਿਉ ਲਿਉ ਪਦਾਰਥਾਂ ਦੇ ਲੈਣ ਦੀ ਇੱਛਾ ਕਰਦੇ ਰਹਿੰਦੇ ਹਨ। ਲਿਉ ਲਿਉ ਕਰਤ ਫਿਰੈ ਸਭ ਲੋਕ। ਹੇ ਭਾਈ, ਸੰਸਾਰ ਦੇ ਸਭ ਸਾਰੇ ਲੋਕ ਤਾਂ ਲਿਉ ਲਿਉ ਪਦਾਰਥਾਂ ਦੇ ਲੈਣ ਦੀ ਇੱਛਾ ਕਰਦੇ ਰਹਿੰਦੇ ਹਨ ਕਿ ਪਦਾਰਥਾਂ ਵਾਸਤੇ ਲਉ ਲਉ ਕਿ ਲੂਝਦੇ ਫਿਰਦੇ ਹਨ। ਤ੍ਰਿਸ਼ਨਾ ਕਰਕੇ ਸਾਰੇ ਲੋਕ ਇਹ ਵੀ ਪਦਾਰਥ ਲਿਉ ਲਿਉ ਲੈ ਲਵਾਂ, ਇਹ ਹੀ ਪਦਾਰਥ ਲੈ ਲਵਾਂ, ਇਉਂ ਕਰਦੇ ਫਿਰਦੇ ਹਨ। ਤਾਂ ਕਾਰਨ ਵਿਆਪੈ ਬਹੁ ਸੋਗ। ਜਦੋਂ ਇਹ ਪਦਾਰਥਾਂ ਦੇ ਪਿੱਛੇ ਫਿਰਦੇ ਹਨ, ਤਿਸ ਵਾਸਤੇ ਇਹਨਾਂ ਲੋਕਾਂ ਨੂੰ ਬਹੁਤ ਸਾਰੇ ਜੰਮਣ ਮਰਨ ਆਦਿਕ ਦੇ ਗਾਮ ਸੋਗ ਫਿਕਰ ਚਿੰਬੜੇ ਹੋਏ ਹਨ। ਇਸੇ ਕਰਕੇ ਇਹ ਪਰਮੇਸ਼ਰ ਦਾ ਰੂਪ ਨਹੀਂ ਹੋ ਸਕਦੇ ਤੇ ਪਦਾਰਥਾਂ ਦੇ ਮਗਰ ਇਕੱਠੇ ਕਰਨ ਵਾਸਤੇ ਫਿਰਦੇ ਹਨ। ਲਖਮੀ ਵਰਸਿਉ ਜੋ ਲਿਉ ਲਾਵੈ, ਕਿ ਲਖਮੀ ਮਾਇਆ ਦੇ ਬਰਪਤੀ ਨਾਲ ਜੇਕਰ ਇਹ ਜੀਵ ਲਿਉ ਲਾਵੈ, ਲਿਵ ਵਿਰਤੀ ਲਾਉਣਾ ਕਰੇ, ਸੋਗ ਮਿਟੈ ਤਬ ਹੀ ਸੁਖ ਪਾਵੈ। ਤਦੋਂ ਇਸ ਦੇ ਸਾਰੇ ਸੋਗ ਫਿਕਰ ਮਿਟ ਜਾਣਗੇ ਅਤੇ ਸੁਖ ਸਰੂਪ ਪਰਮੇਸ਼ਰ ਨੂੰ ਪਾ ਲਵੇਗਾ। ਲਖਮੀ ਬਰ, ਕਿ ਲਖਮੀ ਮਾਇਆ ਦੇ ਬਰਪਤੀ ਨਾਲ ਜੋ ਲਿਉ ਲਾਵੈ, ਕਿ ਜੋ ਜੇਕਰ ਇਹ ਜੀਵ ਲਿਉ ਲਿਵ ਵਿਰਤੀ ਨੂੰ ਲਾਉਣਾ ਕਰੇ, ਸੋਗ ਮਿਟੈ ਸਭ ਹੀ ਸੁਖ ਪਾਵੈ। ਤਦੋਂ ਇਸ ਦੇ ਸਭ ਸਾਰੇ ਹੀ ਸੋਗ ਫਿਕਰ ਮਿਟ ਜਾਣਗੇ ਅਤੇ ਸੁਖ ਸਰੂਪ ਪਰਮੇਸ਼ਰ ਨੂੰ ਪਾ ਲਵੇਗਾ। ਖੱਖਾ ਖਿਰਤ ਖਰਤ ਬਹੁ, ਖੱਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜ ਹੂੰ ਨਹਿ ਚੇਤੇ, ਆਬ ਜਗ ਜਾਨ ਜੋ ਮਨਾ ਰਹੈ, ਜਹ ਕਾ ਵਿਚਰਾ ਤਹ ਥਿਰ ਰਹੈ। ਭਗਤ ਜੀ ਗੁਰਬਾਣੀ ਦੁਆਰਾ ਕਥਨ ਕਰਦੇ ਹਨ, ਖੱਖੇ ਅੱਖਰ ਦੁਆਰਾ। ਖੱਖਾ ਖਿਰਤ ਖਪਤ ਗਏ ਕੀਤੇ। ਖੱਖੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਖਿਰਤ ਖਿਰ ਜਾਣ ਵਾਲੇ ਸੰਸਾਰ ਵਿੱਚ ਲੱਗ ਕਰਕੇ ਕਿਤਨੇ ਹੀ ਖਪਤ ਖਪ ਕੇ ਨਾਸ ਹੋ ਗਏ ਹਨ। ਖੱਖਾ ਖਿਰਤ ਖਪਤ ਗਏ ਕੀਤੇ। ਭਗਤ ਜੀ ਕਹਿਣ ਲੱਗੇ, ਖੱਖੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਖਿਰ ਜਾਣ ਵਾਲੇ ਸੰਸਾਰ ਵਿੱਚ ਲੱਗ ਕੇ ਕਿਤਨੇ ਹੀ ਖਪ ਕੇ ਨਾਸ ਹੋ ਗਏ ਹਨ। ਖਿਰਤ ਖਪਤ ਅਜ ਹੂੰ ਨਹਿ ਚੇਤੇ, ਅਤੇ ਅਜ ਹੂੰ ਅਜੇ ਵੀ ਖਿਰ ਜਾਣ ਵਾਲੇ ਸੰਸਾਰ ਵਿੱਚ ਵਿਸ਼ਿਆਂ 'ਚ ਖਪਤ ਹੋ ਰਹੇ ਹਨ, ਖਪ ਰਹੇ ਹਨ, ਪਰੰਤੂ ਇਹ ਜੀਵ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਯਾਦ ਨਹੀਂ ਕਰਦੇ। ਅਜ ਹੂੰ ਨਹਿ ਚੇਤੇ, ਕਿ ਅਜ ਹੂੰ ਅਜੇ ਵੀ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ। ਖਿਰਤ ਖਪਤ, ਕਿ ਖਿਰਤ ਖਿਰ ਜਾਣ ਵਾਲੇ ਪਦਾਰਥਾਂ ਵਿੱਚ ਲੱਗ ਕਰਕੇ ਖਪਤ ਖਪੀ ਜਾ ਰਹੇ ਹਨ, ਫਿਰ ਵੀ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ ਕਿ ਇੱਥੇ ਸੰਸਾਰ ਦੇ ਵਿੱਚ
कितने ही खप खप के नाश हो गए हन। आब जग जान जो मना रहै। ਆਬ ਹੁਣ ਇਸ ਕਾਲ ਵਿੱਚ, ਕਲਯੁਗ ਦੇ ਸਮੇਂ ਵਿੱਚ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਜਗਤ ਨੂੰ ਮਿਥਿਆ ਜਾਣ ਕਰਕੇ ਜੇ ਕੋਈ ਇਸ ਦੀ ਵਾਸਨਾ ਵੱਲੋਂ ਮਨਾ ਰਹੇ ਕਿ ਮਨਾ ਕਰਕੇ ਹਟ ਕਰਕੇ ਰਹਿਣਾ ਕਰੇ। ਆਪ ਜਗ ਜਾਨ ਜੋ ਮਨਾ ਰਹੇ ਕਿ ਆਪ ਹੁਣ ਇਸ ਕਾਲ ਵਿੱਚ, ਇਸ ਸਮੇਂ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਜਗਤ ਨੂੰ ਮਿਥਿਆ ਜਾਣ ਕੇ, ਜਗਤ ਨੂੰ ਝੂਠਾ ਜਾਣ ਕਰਕੇ ਜੇਕਰ ਕੋਈ ਇਸ ਦੀ ਵਾਸਨਾ ਵੱਲੋਂ ਮਨਾ ਰਹੇ ਹਟ ਕੇ ਰਹਿਣਾ ਕਰੇ। ਜਹ ਕਾ ਵਿਛੜਾ ਤਹ ਥਿਰ ਰਹੈ। ਜਦੋਂ ਜਿੱਥੇ ਪਰਮੇਸ਼ਰ ਦਾ ਇਹ ਵਿਛੜਿਆ ਹੋਇਆ ਸੀ, ਭਾਵ ਵਾਸਨਾ ਦਾ ਵਧਿਆ ਹੋਇਆ ਆਵਾਗਮਨ ਵਿੱਚ ਪਿਆ ਹੋਇਆ ਸੀ, ਆਉਣ ਜਾਣ ਵਿੱਚ, ਜੰਮਣ ਮਰਨ ਵਿੱਚ ਪਿਆ ਹੋਇਆ ਸੀ, ਗੁਰਾਂ ਦੇ ਉਪਦੇਸ਼ ਦੁਆਰਾ ਉਸੇ ਸਰੂਪ ਵਿੱਚ ਸਥਿਤੀ ਪ੍ਰਾਪਤ ਕਰ ਲੈਂਦਾ ਹੈ। ਜੇ ਇਹ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਜਗਤ ਨੂੰ ਮਿਥਿਆ ਜਾਣ ਕਰਕੇ ਕਿ ਵਾਸਨਾ ਵੱਲੋਂ ਮਨਾ ਕਰੇ, ਹਟ ਜਾਵੇ, ਵਾਸਨਾ ਤੋਂ ਰੁਕ ਜਾਵੇ। ਜਿੱਥੇ ਪਰਮੇਸ਼ਰ ਦਾ ਵਿਛੜਿਆ ਹੋਇਆ ਸੀ ਜੀਵ, ਇਸੇ ਭਾਵ ਵਾਸਨਾ ਦਾ ਵਧਿਆ ਹੋਇਆ ਆਵਾਗਮਨ ਵਿੱਚ ਪਿਆ ਹੋਇਆ ਸੀ, ਜੰਮਣ ਮਰਨ ਵਿੱਚ ਪਿਆ ਹੋਇਆ ਸੀ, ਗੁਰਾਂ ਦੇ ਉਪਦੇਸ਼ ਦੁਆਰਾ ਉਸੇ ਸਰੂਪ ਵਿੱਚ ਸਥਿਤੀ ਪ੍ਰਾਪਤ ਕਰ ਲਏਗਾ, ਉਸੇ ਪਰਮੇਸ਼ਰ ਵਿੱਚ ਜੁੜ ਜਾਏਗਾ, ਇਕਮਿਕ ਹੋ ਜਾਏਗਾ। 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਨ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਤ ਹੋਏ ਸੋ ਅਨਭੈ ਰਹੈ। ਪੰਡਤ ਲੋਗਾਂ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਜਾਂ ਕੈ ਜੀ ਜੈਸੀ ਬੁੱਧ ਹੋਈ, ਕਹੈ ਕਬੀਰ ਜਾਣੇਗਾ ਸੋਈ। ਭਗਤ ਕਬੀਰ ਜੀ ਅਖੀਰਲੇ ਪਦੇ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ। ਸਿੱਖ ਸੰਗਤਾਂ ਨੂੰ ਭਗਤ ਜੀ ਕਹਿਣ ਲੱਗੇ 52 ਅੱਖਰ ਜੋਰੈ ਆਨ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਪੰਡਿਤ ਜੀ ਅਤੇ ਕਾਜੀ ਜੀ, ਅਸਾਂ ਨੇ ਇਹ 52 ਅੱਖਰ 52 ਅੱਖਰਾਂ ਦਾ ਸਿਧਾਂਤ ਲਿਆ ਕਰਕੇ ਜੋੜਿਆ ਹੈ। ਅਸੀਂ ਤਾਂ 52 ਅੱਖਰ ਪਰਮੇਸ਼ਰ ਦੀ ਸ਼ਰਨ ਵਿੱਚ ਲਿਆਉਣ ਵਾਸਤੇ ਜੋੜੇ ਹਨ। ਦੁਨੀਆ ਦੇ ਲੋਕਾਂ ਨੇ ਇਹਨਾਂ 52 ਅੱਖਰਾਂ ਨੂੰ ਦਵੈਤ ਵਿੱਚ ਜੋੜਨਾ ਕੀਤਾ ਹੈ ਕਿ ਆਨ ਆਉਣ ਜਾਣ ਵਾਲੇ ਪਸਾਰੇ ਵਿੱਚ ਜੋੜਿਆ ਹੋਇਆ ਹੈ ਇਹਨਾਂ 52 ਅੱਖਰਾਂ ਨੂੰ। ਸਕਿਆ ਨਾ ਅੱਖਰ ਏਕ ਪਛਾਣ, ਉਹ ਇੱਕ ਅੱਖਰ ਦੇ ਭੇਦ ਨੂੰ ਵੀ ਪਹਿਚਾਣ ਨਹੀਂ ਸਕਿਆ, ਭਾਵ ਸਿਧਾਂਤ ਤੋਂ ਵਾਂਝਾ ਰਹਿ ਗਿਆ ਹੈ। ਅੱਖਰ ਖਰਨ ਤੋਂ ਰਹਿਤ ਪਰਮੇਸ਼ਰ ਨੂੰ ਪਛਾਣ ਨਹੀਂ ਸਕਿਆ। ਪਰ ਅਸੀਂ ਤਾਂ ਇਹ ਅੱਖਰ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਉਚਾਰਨ ਕੀਤੇ ਹਨ। ਭਗਤ ਜੀ ਕਹਿਣ ਲੱਗੇ ਸਤ ਕਾ ਸ਼ਬਦ ਕਬੀਰਾ ਕਹੈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਭਾਈ, ਅਸੀਂ ਤਾਂ ਇਹ ਪਵਿੱਤਰ ਬਾਣੀ ਵਿੱਚ ਸਤ ਦਾ ਸ਼ਬਦ, ਸਤ ਦਾ ਉਪਦੇਸ਼ ਕਿਹਾ ਹੈ। ਪੰਡਤ ਹੋਏ ਸੋ ਅਨਭੈ ਰਹੈ, ਕਿ ਜੋ ਪੰਡਤ ਵਿਦਵਾਨ ਤਤ ਗਿਆਨੀ ਹੋਵੇਗਾ ਉਹ ਅਨਭਉ ਸਰੂਪ ਵਿੱਚ ਟਿਕਿਆ ਰਹੇਗਾ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਤ ਹੋਏ ਸੋ ਅਨਭੈ ਰਹੈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਭਾਈ, ਅਸੀਂ ਤਾਂ ਇਹ ਪਵਿੱਤਰ ਬਾਣੀ ਸਤ ਦਾ ਸ਼ਬਦ, ਸਤ ਦਾ ਉਪਦੇਸ਼ ਕਿਹਾ ਹੈ। ਪੰਡਤ ਹੋਏ ਸੋ ਅਨਭੈ ਰਹੈ, ਜੋ ਪੰਡਤ ਵਿਦਵਾਨ ਤਤ ਗਿਆਨੀ ਹੋਵੇਗਾ
ਉਹ ਅਨਭਉ ਸਰੂਪ ਵਿੱਚ ਟਿਕਿਆ ਰਹੇਗਾ। ਪੰਡਤ ਲੋਗੈ ਕੋ ਵਿਵਹਾਰ, ਜਿਹੜੇ ਪੰਡਤ ਵਿਦਵਾਨ ਲੋਗੈ ਲੋਕ ਮਾਇਆ ਨਾਲ ਪਿਆਰ ਕਰਨ ਵਾਲੇ ਹਨ, ਉਹਨਾਂ ਨੇ ਤਾਂ ਸਾਡਾ 52 ਅੱਖਰ ਇੱਕ ਵਿਹਾਰ ਹੀ ਮੰਨਿਆ ਹੈ। ਭਾਵ ਸਾਡੀ ਬਾਣੀ ਨੂੰ ਬਾਚ ਬਾਚ ਕੇ ਮਾਇਆ ਹੀ ਇਕੱਠੀ ਕਰਦੇ ਫਿਰਦੇ ਹਨ ਵਿਦਵਾਨ ਲੋਕ, ਪੰਡਤ ਲੋਕ। ਗਿਆਨਵੰਤ ਬੁੱਧੀਵਾਨਾਂ ਨੂੰ ਇਹਨਾਂ ਅੱਖਰਾਂ ਵਿੱਚ ਤੱਤ ਸਰੂਪ ਦਾ ਵਿਚਾਰ ਦਿੱਤਾ ਹੈ। ਪੰਡਤ ਲੋਗਾਂ ਕੋ ਵਿਵਹਾਰ, ਜਿਹੜੇ ਪੰਡਤ ਵਿਦਵਾਨ ਲੋਕ ਹਨ, ਇਹ ਮਾਇਆ ਨਾਲ ਪਿਆਰ ਕਰਨ ਵਾਲੇ ਹਨ ਕਿ ਉਹਨਾਂ ਨੇ ਤਾਂ ਸਾਡਾ 52 ਅੱਖਰ 52 ਅੱਖਰਾਂ ਵਾਲੀ ਬਾਣੀ ਨੂੰ ਇੱਕ ਵਿਹਾਰ ਹੀ ਮੰਨਿਆ ਹੋਇਆ ਹੈ। ਭਾਵ ਇਸ ਤੋਂ ਮਾਇਆ ਕਮਾਉਣ ਦਾ ਵਿਹਾਰ ਹੀ ਮੰਨਿਆ ਹੋਇਆ ਹੈ। ਭਾਵ ਸਾਡੀ ਬਾਣੀ ਨੂੰ ਬਾਚ ਕੇ ਮਾਇਆ ਹੀ ਇਕੱਠੀ ਕਰਦੇ ਹਨ ਇਹ ਪੰਡਤ ਲੋਕ। ਗਿਆਨਵੰਤ ਕੋ ਤਤ ਵਿਚਾਰ, ਕਿ ਗਿਆਨਵੰਤ ਬੁੱਧੀਵਾਨਾਂ ਨੂੰ ਇਹਨਾਂ ਅੱਖਰਾਂ ਵਿੱਚ ਤਤ ਸਰੂਪ ਦਾ ਵਿਚਾਰ ਦਿੱਤਾ ਹੈ। ਜਾ ਕੈ ਜੀ ਐਸੀ ਬੁੱਧ ਹੋਈ, ਜਿਸ ਦੇ ਹਿਰਦੇ ਵਿੱਚ ਇਹੋ ਜਿਹੀ ਮੱਤ ਹੋਵੇਗੀ। ਭਗਤ ਜੀ ਕਹਿਣ ਲੱਗੇ ਕਿ ਜਾ ਕੈ ਜੀ ਜੈਸੀ ਬੁੱਧ ਹੋਈ, ਜਿਸ ਦੇ ਜੀ ਹਿਰਦੇ ਵਿੱਚ ਜਿਹੋ ਜਿਹੀ ਬੁੱਧੀ ਹੋਵੇਗੀ। ਕਹੈ ਕਬੀਰ ਜਾਣੇਗਾ ਸੋਈ, ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਉਹ ਉਸੇ ਪ੍ਰਕਾਰ ਦਾ ਜਾਣ ਲਵੇਗਾ। ਭਾਵ ਜਿਸ ਨੇ ਬ੍ਰਹਮ ਗਿਆਨ ਦੀ, ਬ੍ਰਹਮ ਸਰੂਪ ਦੀ ਪ੍ਰਾਪਤੀ ਵਾਸਤੇ ਬੁੱਧੀ ਦੁਆਰਾ ਇਸ ਬਾਣੀ ਨੂੰ ਵਾਚਣਾ ਕੀਤਾ, ਉਹ ਪਰਮੇਸ਼ਰ ਦੇ ਨਾਲ ਇਕਮਿਕ ਹੋ ਜਾਏਗਾ। ਜਿਸ ਨੇ ਇਸ ਬਾਣੀ ਤੋਂ ਮਾਇਆ ਕਮਾਉਣੀ ਹੈ, ਪੰਡਤ ਲੋਕਾਂ ਨੇ, ਉਹਨਾਂ ਦੀ ਬੁੱਧੀ ਉਸੇ ਤਰ੍ਹਾਂ ਮਾਇਆ ਕਮਾਉਣ ਵਿੱਚ ਲੱਗ ਜਾਏਗੀ। ਭਗਤ ਜੀ ਕਹਿਣ ਲੱਗੇ, ਜੇਕਰ ਕਿਸੇ ਕੋਲ ਅਜਿਹੀ ਮੱਤ ਹੋਵੇਗੀ, ਜੇਕਰ ਕਿਸੇ ਕੋਲ ਜਿਹੀ ਮੱਤ ਹੋਵੇਗੀ ਤਾਂ ਉਹ ਯਕੀਨਨ ਉਸ ਪਰਮੇਸ਼ਰ ਨੂੰ ਜਾਣ ਲਵੇਗਾ। ਉਸ ਪਰਮੇਸ਼ਰ ਨੂੰ ਜਾਣ ਕੇ ਉਸੇ ਨਾਲ ਹੀ ਲੱਗ ਜਾਏਗਾ, ਉਸ ਦਾ ਸਿਮਰਨ ਕਰੇਗਾ ਤੇ ਉਸ ਪਰਮੇਸ਼ਰ ਨਾਲ ਇਕਮਿਕ ਹੋ ਕੇ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ 52 ਅੱਖਰੀ ਦੁਆਰਾ ਸਮਝਾਉਣਾ ਕੀਤਾ ਹੈ। ਇੱਥੇ ਹੀ 52 ਅੱਖਰੀ ਦੀ ਸਮਾਪਤੀ ਹੋਈ। ਅੱਗੇ ਭਗਤ ਕਬੀਰ ਜੀ ਥਿੱਤੀ ਗੌੜੀ ਦੇ ਅੰਦਰ ਸਮਝਾ ਰਹੇ ਹਨ। ਬਾਣੀ ਦਾ ਪ੍ਰਕਰਨ ਬਦਲ ਤੇ ਭਗਤ ਕਬੀਰ ਜੀ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਕਿ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਪੰਡਤ ਆਇਆ। ਉਸਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਪਹਿਲਾਂ ਤਾਂ 52 ਅੱਖਰੀ ਦੁਆਰਾ ਉਪਦੇਸ਼ ਬਖਸ਼ਿਆ ਹੈ, ਪਰੰਤੂ ਥਿੱਤਾਂ ਤੇ 12 ਦੀ ਵਿਚਾਰ ਆਪ ਜੀ ਕਦੇ ਸ਼ਰਾਵਣ ਨਹੀਂ ਕਰਵਾਈ, ਕਿਤੇ ਥਿੱਤ 12 ਬਾਰੇ ਕੁਝ ਨਹੀਂ ਸਮਝਾਉਣਾ ਕੀਤਾ ਕਿ ਥਿੱਤਾਂ ਤੇ 12 ਕੀ ਹਨ, ਥਿੱਤਾਂ ਤੇ 12 ਕੀ ਹਨ, ਇਹਨਾਂ ਬਾਰੇ ਕਦੇ ਵੀ ਕੁਝ ਸਮਝਾਉਣਾ ਨਹੀਂ ਕੀਤਾ ਕਿ ਕੀ ਮਹਾਤਮਾ ਹੈ ਥਿੱਤਾਂ 12 ਦਾ। ਪੰਡਤ ਲੋਕ ਥਿੱਤਾਂ 12 ਬਾਰੇ ਬੜਾ ਕੁਝ ਕਹਿੰਦੇ ਹਨ ਕਿ ਤੁਸੀਂ ਕੁਝ ਵੀ ਮਹਾਤਮ ਨਹੀਂ ਦੱਸਿਆ, ਸੋ ਤੁਸੀਂ ਕਿਰਪਾ ਕਰਕੇ ਥਿੱਤਾਂ ਦੀ ਵਿਚਾਰ ਸੁਣਾਓ। ਇਸ ਪੰਡਤ ਦੀ ਬੇਨਤੀ ਸੁਣ ਕੇ ਭਗਤ ਕਬੀਰ ਜੀ ਥਿੱਤਾਂ ਦੁਆਰਾ ਥਿੱਤਾਂ ਤੇ 12 ਦਾ ਭਰਮ ਕੱਢਦੇ ਹੋਏ ਕਿ ਇਹ ਥਿੱਤਾਂ 12 ਹਨ, ਇਹ ਐਵੇਂ ਭਰਮ ਹੀ ਹਨ। ਕੀਰਤਮ ਪੂਜਾ ਛੱਡ ਕਰਕੇ ਕਰਤੇ ਦੀ ਪੂਜਾ ਕਰਨ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਥਿੱਤਾਂ ਦੇ ਵਿੱਚ ਪੈ ਕੇ
ਥਿੱਤਾਂ ਦੀ ਦਿਨਾਂ ਦੀ ਹੀ ਪੂਜਾ ਕਰੀ ਜਾਂਦੇ ਹਨ। ਇਹ ਥਿੱਤਾਂ ਦੀ ਪੂਜਾ ਛੱਡ ਕੇ ਉਸ ਕਰਤੇ ਪਰਮੇਸ਼ਰ ਦੀ ਪੂਜਾ ਕਰੋ। ਥਿੱਤਾਂ ਵਾਰ ਭਾਵੇਂ ਕਰਤੇ ਪੁਰਖ ਨੇ ਆਪ ਬਣਾਏ ਹਨ। ਇਹਨਾਂ ਦੁਆਰਾ ਕਰਤੇ ਪੁਰਖ ਦੇ ਮਿਲਾਪ ਦੀ ਗੱਲ ਸਿਧਾਂਤ ਅਨੁਸਾਰ ਹੈ, ਪਰ ਥਿੱਤਾਂ 12 ਦੀ ਪੂਜਾ ਅਗਿਆਨਤਾ ਕਾਰਨ ਹੈ ਕਿ ਗਿਆਨ ਤੋਂ ਹੀਣੇ ਹੀ ਕਰਦੇ ਹਨ। ਇਹ ਅਗਿਆਨ ਕੱਢਣ ਲਈ ਉਪਦੇਸ਼ ਬਖਸ਼ਦੇ ਹਨ, ਗਿਆਨ ਦਿੰਦੇ ਹਨ ਥਿੱਤਾਂ 12 ਬਾਰੇ। ਪਹਿਲਾਂ ਮੱਸਿਆ ਤੋਂ ਸ਼ੁਰੂ ਕਰਕੇ ਪੁੰਨਿਆ ਤੇ ਭੋਗ ਪਾਉਣਗੇ। ਮੱਸਿਆ ਤੋਂ ਸ਼ੁਰੂ ਕਰਕੇ ਪੂਰਨਮਾਸੀ ਤੇ ਭੋਗ ਪਾਉਣਗੇ ਭਗਤ ਕਬੀਰ ਜੀ। 15 ਥਿੱਤਾਂ ਤੇ 16ਵੀਂ ਪੂਰਨਮਾਸੀ, ਇਹਨਾਂ ਬਾਰੇ ਸਮਝਾਉਣਗੇ ਗੁਰਬਾਣੀ ਦੁਆਰਾ ਕਿ ਇਹ ਸੰਸਾਰ ਇਹਨਾਂ ਥਿੱਤਾਂ ਦੇ ਵਿੱਚ ਏਕਮ ਦੂਜ ਤੀਜ ਚੌਥ ਪੰਚਵੀਂ ਛਠ ਸੱਤੇ ਅੱਠੇ ਨੌਵੀਂ 10ਵੀਂ 11 12 13 14 ਤੇ ਮੱਸਿਆ ਤੇ ਪੂਰਨਮਾਸੀ ਇਹਨਾਂ ਦੇ ਵਿੱਚ ਹੀ ਉਲਝੇ ਪਏ ਹਨ, ਤੇ ਜਿਹੜੇ 7 ਦਿਨ ਹਨ ਉਹਨਾਂ ਦੇ ਵਿੱਚ ਉਲਝੇ ਪਏ ਹਨ। ਭਗਤ ਜੀ ਕਹਿਣ ਲੱਗੇ, ਸਲੋਕ 15 ਥਿੱਤੀ 7 ਬਾਰ, ਕਹਿ ਕਬੀਰ ਉਰਵਾਰ ਨਾ ਪਾਰ। ਪਹਿਲਾ ਸਲੋਕ ਦੁਆਰਾ ਕਥਨ ਕਰਦੇ ਹਨ। ਸਲੋਕ ਕਿ ਇਸ ਸਲੋਕ ਦੁਆਰਾ ਕਥਨ ਕਰਦੇ ਹਨ ਕਿ ਹੇ ਪੰਡਤ ਜੀ, 15 ਥਿੱਤੀ 7 ਬਾਰ ਕਿ 15 ਥਿੱਤਾਂ ਅਤੇ 7 ਬਾਰ 7 ਦਿਨ ਹੁੰਦੇ ਹਨ। 15 ਥਿੱਤਾਂ ਹੁੰਦੀਆਂ ਹਨ, 7 ਦਿਨ ਹੁੰਦੇ ਹਨ। ਕਹਿ ਕਬੀਰ, ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਉਰਵਾਰ ਨਾ ਪਾਰ, ਕਿ ਇਹਨਾਂ ਦਾ ਹੀ ਉਰਵਾਰ ਉਰਲਾ ਪਾਸਾ ਤੇ ਪਾਰ ਪਰਲਾ ਪਾਸਾ ਨਹੀਂ ਪਾਇਆ ਜਾਂਦਾ। ਇਹ ਜਿਹੜੀਆਂ 15 ਥਿੱਤਾਂ ਹਨ, 7 ਬਾਰ 7 ਦਿਨ ਹਨ, ਇਹਨਾਂ ਦਾ ਉਰਲਾ ਤੇ ਪਰਲਾ ਪਾਸਾ ਪਾਇਆ ਨਹੀਂ ਜਾਂਦਾ। ਭਾਵ ਕਿ ਪਹਿਲਾਂ ਕਿਹੜੀ ਥਿੱਤ ਹੈ, ਜੇ ਏਕਮ ਨੂੰ ਕਹਾਂਗੇ ਤਾਂ ਉਸ ਤੋਂ ਪਹਿਲਾਂ ਮੱਸਿਆ ਜਾਂ ਪੁੰਨਿਆ ਆਈ ਹੈ, ਅਤੇ ਇਸ ਪ੍ਰਕਾਰ 7 12 ਵਿੱਚੋਂ ਪਹਿਲਾਂ ਕਿਹੜਾ ਦਿਨ ਹੈ, ਕਿਹੜਾ ਵਾਰ ਹੈ, ਇਹਦੇ ਬਾਰੇ ਵੀ ਕੋਈ ਕੁਝ ਕਿਹਾ ਨਹੀਂ ਜਾ ਸਕਦਾ। ਕਿਉਂਕਿ ਜੇਕਰ ਐਤਵਾਰ ਨੂੰ ਕਹਾਂਗੇ ਤਾਂ ਉਸ ਤੋਂ ਪਹਿਲਾਂ ਸ਼ਨਿਚਰਵਾਰ ਆਇਆ ਹੈ। ਇਉਂ ਇਹਨਾਂ ਦਾ ਉਰਵਾਰ ਪਾਰ ਨਹੀਂ ਪਾਇਆ ਜਾ ਸਕਦਾ ਕਿ ਦਿਨਾਂ ਦੀ ਗਿਣਤੀ ਕਿੱਥੋਂ ਸ਼ੁਰੂ ਕਰੀਏ, ਥਿੱਤਾਂ ਦੀ ਗਿਣਤੀ ਕਿੱਥੋਂ ਸ਼ੁਰੂ ਕਰੀਏ। ਇਹਨਾਂ ਦਾ ਕਿ ਉਰਵਾਰ ਪਾਇਆ ਨਹੀਂ ਜਾ ਸਕਦਾ। ਜਿਹੜਾ ਇਹਨਾਂ 15 ਥਿੱਤਾਂ ਅਤੇ 7 12 7 ਦਿਨਾਂ ਦੀ ਵਿਚਾਰ ਕਰਦਾ ਰਹੇਗਾ ਤੇ ਆਤਮਾ ਦਾ ਚਿੰਤਨ ਨਹੀਂ ਕਰੇਗਾ, ਆਤਮਾ ਕੀ ਹੈ, ਤੇ ਦਿਨਾਂ ਦੇ ਵਿੱਚ ਹੀ ਉਲਝਿਆ ਰਹੇਗਾ, 12 ਦੇ ਥਿੱਤਾਂ ਦੇ ਵਿੱਚ ਉਲਝਿਆ ਰਹੇਗਾ, ਉਸ ਦੇ ਜਨਮਾਂ ਦਾ ਉਰਵਾਰ ਪਾਰ ਨਹੀਂ ਪਾਇਆ ਜਾਏਗਾ ਕਿ ਕਿੰਨੇ ਕੁ ਜਨਮ ਉਹ ਧਾਰਨ ਕਰੇਗਾ। ਜਿਹੜਾ ਥਿੱਤਾਂ 12 ਦੇ ਵਿੱਚ ਉਲਝਿਆ ਰਹੇਗਾ ਕਿ ਉਸ ਨੂੰ ਇਹ ਨਹੀਂ ਪਤਾ ਕਿ ਕਿੰਨੇ ਜਨਮ ਧਾਰਨੇ ਪੈਣਗੇ। ਕਹਿ ਕਬੀਰ ਉਰਵਾਰ ਨਾ ਪਾਰ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇਹਨਾਂ 15 ਥਿੱਤਾਂ ਅਤੇ 7 12 7 ਦਿਨਾਂ ਦੁਆਰਾ ਉਸ ਪਰਮੇਸ਼ਰ ਦਾ ਉਰਵਾਰ ਪਾਰ ਉਰਲਾ ਅਤੇ ਪਰਲਾ ਪਾਸਾ ਨਹੀਂ ਪਾਇਆ ਜਾ ਸਕਦਾ। ਉਰਵਾਰ ਇਸ ਲੋਕ ਦਾ ਅਤੇ ਪਾਰ ਪਰਲੋਕ ਦਾ ਪੂਰਾ ਗਿਆਨ ਨਹੀਂ ਹੋ ਸਕਦਾ ਜੇ ਇਹਨਾਂ ਦੇ ਵਿੱਚ ਉਲਝਿਆ ਰਿਹਾ। ਇਹਨਾਂ 15 ਥਿੱਤਾਂ ਅਤੇ 7 12 7 ਦਿਨਾਂ ਦੇ ਪੂਜਣ ਵਾਲਾ ਉਰਵਾਰ ਇਸ ਸੰਸਾਰ ਵਿੱਚ ਹੀ ਜੂਨਾਂ ਵਿੱਚ ਭੌਂਦਾ ਫਿਰਦਾ ਹੈ। ਨਾ ਪਾਰ ਪਰਲੇ ਮੁਕਤੀ ਰੂਪੀ ਕਿਨਾਰੇ ਤੇ ਨਹੀਂ ਪਹੁੰਚ ਸਕਦਾ। ਸਾਧਕ ਸਿੱਧ ਲਖੈ ਜੋ ਭਿਓ, ਆਪੇ ਕਰਤਾ ਆਪੇ ਦਿਓ। ਸਾਧਕ ਸਿੱਧ ਲਖੈ ਜੋ ਭਿਓ,
ਭਗਤ ਜੀ ਕਹਿਣ ਲੱਗੇ, ਸਾਧਨਾ ਕਰਨ ਵਾਲੇ ਜਗਿਆਸੂ ਅਤੇ ਸਿੱਧ 84 ਸਿੱਧੀਆਂ ਪ੍ਰਾਪਤ ਕਰਨ ਵਾਲੇ, ਲਖੈ ਜੋ ਭਿਓ ਜੋ ਜੇਕਰ ਇਹ ਗੁਰਾਂ ਦੁਆਰਾ ਇਸ ਭਿਓ ਇਸ ਭੇਦ ਨੂੰ ਜਾਣ ਲੈਣ ਕਿ ਉਹ ਪਰਮੇਸ਼ਰ ਆਪ ਹੀ ਆਪੇ ਕਰਤਾ, ਆਪ ਹੀ ਜਗਤ ਨੂੰ ਕਰਤਾ ਪੈਦਾ ਕਰਨ ਵਾਲਾ ਹੈ ਅਤੇ ਆਪੇ ਦਿਓ ਅਤੇ ਆਪੇ ਆਪ ਹੀ ਦਿਓ ਪ੍ਰਕਾਸ਼ ਸਰੂਪ ਹੈ, ਦਿਓ ਰਾਜਾ ਰੂਪ ਹੈ, ਆਪ ਹੀ ਜੀਵ ਰੂਪ ਹੋ ਕੇ ਕਰਮਾਂ ਨੂੰ ਕਰਨ ਵਾਲਾ ਬਣਿਆ ਹੋਇਆ ਹੈ ਅਤੇ ਆਪ ਹੀ ਕਰਮਾਂ ਅਨੁਸਾਰ ਜੀਵਾਂ ਨੂੰ ਫਲ ਦੇਣ ਵਾਲਾ ਈਸ਼ਰ ਰੂਪ ਹੈ, ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਨ ਵਾਲਾ ਹੈ ਅਤੇ ਆਪ ਹੀ ਕਲਿਆਣ ਦੇਣ ਵਾਲਾ ਉਹ ਪਰਮੇਸ਼ਰ ਹੈ। ਸਾਧਕ ਸਿੱਧ ਲਖੈ ਜੋ ਭਿਓ ਆਪੇ ਕਰਤਾ ਆਪੇ ਦਿਓ, ਕਿ ਸਾਧਕ ਸਾਧਨਾ ਕਰਨ ਵਾਲੇ ਜਗਿਆਸੂ ਅਤੇ ਸਿੱਧ 84 ਸਿੱਧ ਸਿੱਧੀਆਂ ਪ੍ਰਾਪਤ ਕਰਨ ਵਾਲੇ, ਜੇਕਰ ਇਹ ਗੁਰਾਂ ਦੁਆਰਾ ਇਸ ਭੇਦ ਨੂੰ ਜਾਣ ਲੈਣ ਕਿ ਉਹ ਪਰਮੇਸ਼ਰ ਆਪੇ ਹੀ ਜਗਤ ਨੂੰ ਪੈਦਾ ਕਰਨ ਵਾਲਾ ਹੈ, ਆਪੇ ਕਰਤਾ ਕਿ ਆਪ ਹੀ ਪ੍ਰਕਾਸ਼ ਰੂਪ ਰਾਜਾ ਰੂਪ, ਆਪ ਹੀ ਜੀਵ ਰੂਪ ਹੋ ਕੇ ਕਰਮਾਂ ਨੂੰ ਕਰਤਾ ਕਰਨ ਵਾਲਾ ਬਣਿਆ ਹੈ, ਆਪੇ ਦਿਓ ਆਪ ਹੀ ਕਲਿਆਣ ਦੇਣ ਵਾਲਾ ਹੈ। ਥਿੱਤੀ, ਹੁਣ ਥਿੱਤਾਂ ਦੁਆਰੇ ਸਮਝਾ ਰਹੇ ਹਨ। ਪਹਿਲਾਂ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਉਹ ਪਰਮੇਸ਼ਰ ਹੀ ਇਹਨਾਂ ਥਿੱਤਾਂ ਨੂੰ ਬਣਾਉਣ ਵਾਲਾ ਹੈ, ਉਹੀ ਕਲਿਆਣ ਦੇਣ ਵਾਲਾ ਹੈ। ਥਿੱਤਾਂ ਦੇ ਵਿੱਚ ਉਲਝਣ ਦੀ ਕੋਈ ਗੱਲ ਨਹੀਂ ਹੈ ਕਿ ਮੰਗਲਵਾਰ ਆ ਗਿਆ ਇਹਦੀ ਪੂਜਾ ਕਰ ਲਓ, ਜਾਂ ਸ਼ਨਿਚਰਵਾਰ ਆ ਗਿਆ ਇਹਦੀ ਪੂਜਾ ਕਰ ਲਓ। ਇਸ ਦੇ ਵਿੱਚ ਉਲਝਣ ਤੋਂ ਮਹਾਰਾਜ ਜੀ ਰੋਕਦੇ ਹਨ। ਅੱਗੇ ਥਿੱਤਾਂ ਬਾਰੇ ਸਮਝਾ ਰਹੇ ਹਨ। ਥਿੱਤਾਂ ਬਾਰੇ ਕਥਨ ਕਰਦੇ ਹਨ। ਅਮਾਵਸ ਮੱਸਿਆ ਤੋਂ ਸ਼ੁਰੂ ਕਰਦੇ ਹਨ। ਅਮਾਵਸ ਮੈਂ ਆਸ ਨਿਵਾਰੋ। ਭਗਤ ਜੀ ਕਹਿਣ ਲੱਗੇ, ਅਮਾਵਸ ਮੱਸਿਆ ਦੁਆਰਾ ਸਿੱਖਿਆ ਦਿੰਦੇ ਹਨ ਕਿ ਆਪਣੇ ਹਿਰਦੇ ਵਿੱਚੋਂ ਦੁਨੀਆ ਦੇ ਪਦਾਰਥਾਂ ਦੀ ਆਸ ਨਿਵਾਰੋ, ਇੱਛਾ ਨੂੰ ਮਿਟਣਾ ਕਰੋ, ਇੱਛਾ ਨੂੰ ਨਿਵਾਰਨਾ ਕਰੋ। ਭਾਵ ਸੰਸਾਰ ਦੇ ਅੰਦਰ ਨਿਰਾਸੇ ਹੋ ਕੇ ਰਹਿਣਾ ਕਰੋ। ਅੰਤਰਜਾਮੀ ਰਾਮ ਸੰਭਾਰੋ, ਕਿ ਜੋ ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਰਮੇ ਹੋਏ ਪਰਮੇਸ਼ਰ ਦੇ ਤਾਈਂ ਸੰਭਾਰੋ, ਯਾਦ ਕਰਨਾ ਕਰੋ, ਉਸ ਨੂੰ ਸਿਮਰਨਾ ਕਰੋ, ਉਸ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰੋ। ਅਮਾਵਸ ਮੈਂ ਆਸ ਨਿਵਾਰੋ, ਅੰਤਰਜਾਮੀ ਰਾਮ ਸੰਭਾਰੋ। ਅਮਾਵਸ ਮੱਸਿਆ ਦੁਆਰਾ ਸਿੱਖਿਆ ਦਿੰਦੇ ਹਨ ਕਿ ਆਪਣੇ ਹਿਰਦੇ ਵਿੱਚੋਂ ਦੁਨੀਆ ਦੇ ਪਦਾਰਥਾਂ ਦੀ ਇੱਛਾ ਨੂੰ ਮੇਟਣਾ ਕਰੋ। ਭਾਵ ਸੰਸਾਰ ਦੇ ਅੰਦਰ ਨਿਰਾਸੇ ਹੋ ਕੇ ਰਹਿਣਾ ਕਰੋ। ਅੰਤਰਜਾਮੀ ਰਾਮ ਸੰਭਾਰੋ, ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪਰਮੇਸ਼ਰ ਦੇ ਤਾਈਂ ਸੰਭਾਰੋ, ਯਾਦ ਕਰਨਾ ਕਰੋ। ਜੀਵਤ ਪਾਵੋ ਮੋਖ ਦੁਆਰ। ਫਿਰ ਭਾਈ ਜੀਵਤ ਜਿਉਂਦੇ ਜਿਉਂਦੇ ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਪਾ ਲਵੋਗੇ। ਜੇ ਦੁਨੀਆ ਦੇ ਪਦਾਰਥਾਂ ਦੀ ਇੱਛਾ ਨੂੰ ਮੇਟਣਾ ਕਰੋਗੇ, ਸੰਸਾਰ ਦੇ ਅੰਦਰ ਨਿਰਾਸ਼ ਜੇ ਹੋ ਕੇ ਰਹੋਗੇ ਤੇ ਅੰਤਰਜਾਮੀ ਪਰਮੇਸ਼ਰ ਨੂੰ ਸਿਮਰਨਾ ਕਰੋਗੇ, ਫਿਰ ਭਾਈ ਜੀਵਤ ਜਿਉਂਦੇ ਜਿਉਂਦੇ ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਪਾ ਲਵੋਗੇ। ਜੀਵਨ ਰੂਪ ਜੋ ਬ੍ਰਹਮ ਹੈ ਉਸ ਦਾ ਗਿਆਨ ਪ੍ਰਾਪਤ ਕਰਕੇ ਮੁਕਤੀ ਪਾ ਲਓਗੇ। ਅਨਭਉ ਸ਼ਬਦ ਤਤ ਨਿਜ ਸਾਰ, ਅਨਭਉ ਭੈ ਤੋਂ ਰਹਿਤ ਬ੍ਰਹਮ ਪਰਮੇਸ਼ਰ ਦੇ ਤਤ ਗਿਆਨ ਨੂੰ ਸਰੂਪ ਨੂੰ
ਪ੍ਰਾਪਤ ਕਰ ਲਿਆ ਕਿ ਬ੍ਰਹਮ ਕੀ ਹੈ, ਆਪਣਾ ਆਸਲ ਰੂਪ ਕੀ ਹੈ। ਆਨਭਉ ਸ਼ਬਦ ਤਤ ਨਿਜ ਸਾਰ, ਅਨਭਉ ਸੁਤੇ ਪ੍ਰਕਾਸ਼ ਸਰੂਪ ਜੋ ਗਿਆਨ ਹੈ। ਗੁਰਾਂ ਦੇ ਉਪਦੇਸ਼ ਕਰਕੇ ਤਤ ਸਰੂਪ ਨੂੰ ਜਾਣੀਦਾ ਹੈ। ਇਸ ਪ੍ਰਕਾਰ ਅਸਲੀ ਰੂਪ ਆਪਣਾ ਆਤਮਾ ਹੀ ਹੈ। ਚਰਨ ਕਮਲ ਗੋਬਿੰਦ ਰੰਗ ਲਾਗਾ, ਹੇ ਭਾਈ ਜਿਨ੍ਹਾਂ ਦਾ ਗੋਬਿੰਦ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੇਮ ਲੱਗ ਗਿਆ ਹੈ। ਚਰਨ ਕਮਲ ਗੋਬਿੰਦ ਰੰਗ ਲਾਗਾ, ਇਹ ਭਾਈ ਜਿਨ੍ਹਾਂ ਦਾ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਪ੍ਰੇਮ ਲੱਗ ਗਿਆ ਹੈ। ਸੰਤ ਪ੍ਰਸਾਦ ਭਏ ਮਨ ਨਿਰਮਲ, ਉਹਨਾਂ ਦਾ ਮਨ, ਉਹਨਾਂ ਦੇ ਹਿਰਦੇ ਗੁਰੂ ਸਾਹਿਬ ਮਹਾਂਪੁਰਖਾਂ ਦੀ ਕਿਰਪਾ ਕਰਕੇ ਨਿਰਮਲ ਸੁੱਧ ਉਜਲ ਹੋ ਗਏ ਹਨ। ਕਿ ਜਿਨ੍ਹਾਂ ਦਾ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਪ੍ਰੇਮ ਲੱਗਿਆ ਗਿਆ ਹੈ, ਉਹਨਾਂ ਦਾ ਹਿਰਦਾ ਗੁਰੂ ਸਾਹਿਬ ਮਹਾਂਪੁਰਖਾਂ ਦੀ ਕਿਰਪਾ ਕਰਕੇ ਸੁੱਧ ਸਰੂਪ ਕੇ ਸੁੱਧ ਉਜਲ ਹੋ ਗਏ ਹਨ। ਹਰ ਕੀਰਤਨ ਮੈਂ ਅਨੰਦਨ ਜਾਗਾ, ਅਤੇ ਉਹ ਪਰਮੇਸ਼ਰ ਦੇ ਕੀਰਤਨ ਜਸ ਵਿੱਚ ਅਨ ਦਿਨ ਰਾਤ ਦਿਨ ਜਾਗ ਪਏ ਹਨ। ਉਹਨਾਂ ਦੇ ਅੰਦਰ ਪਰਮੇਸ਼ਰ ਦਾ ਕੀਰਤਨ ਜਸ ਅਨਹਦ ਬਾਜੇ ਵੱਜ ਆਉਂਦੇ ਹਨ ਕਿ ਦਿਨ ਰਾਤ ਹੀ ਵੱਜਦੇ ਰਹਿੰਦੇ ਹਨ। ਰਹਾਉ ਵਿਸ਼ਰਾਮ ਦੇ ਕੇ ਅੱਗੇ ਕਥਨ ਕਰਦੇ ਹਨ। ਪਰਬਾ ਪ੍ਰੀਤਮ ਕਰੋ ਵਿਚਾਰ, ਪਰਬਾ ਏਕਮ ਥਿਤ ਨੂੰ ਕਿਹਾ ਹੈ ਕਿ ਪਰਬਾ ਪ੍ਰੀਤਮ ਕਰੋ ਵਿਚਾਰ। ਪਰਬਾ ਏਕਮ ਥਿਤ ਦੁਆਰਾ ਕਥਨ ਕਰਦੇ ਹਨ ਕਿ ਹੇ ਭਾਈ ਪ੍ਰੀਤਮ ਅਕਾਲ ਪੁਰਖ ਪਰਮੇਸ਼ਰ ਦੀ ਗੁਰੂ ਪਿਆਰਿਆਂ ਨਾਲ ਮਿਲ ਕੇ ਵਿਚਾਰ ਕਰਨੀ ਕਰੋ। ਪਰਬਾ ਪ੍ਰੀਤਮ ਕਰੋ ਵਿਚਾਰ, ਹੇ ਭਾਈ ਏਕਮ ਥਿਤ ਦੁਆਰਾ ਕਹਿੰਦੇ ਹਨ ਕਿ ਹੇ ਭਾਈ ਪ੍ਰੀਤਮ ਅਕਾਲ ਪੁਰਖ ਪਰਮੇਸ਼ਰ ਦੀ ਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਵਿਚਾਰ ਕਰੋ। ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰੋ। ਤਾਂ ਪੰਡਤ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ, ਉਹ ਪਰਮੇਸ਼ਰ ਰਹਿੰਦਾ ਕਿੱਥੇ ਹੈ ਜਿਸ ਦੀ ਵਿਚਾਰ ਕਰਨੀ ਹੈ। ਭਗਤ ਜੀ ਕਹਿਣ ਲੱਗੇ ਕਿ ਘਟ ਮੈਂ ਖੇਲੈ ਅਬ ਘਟ ਅਪਾਰ। ਭਗਤ ਜੀ ਕਹਿਣ ਲੱਗੇ ਹੈ ਪੰਡਤ ਜੀ, ਉਹ ਅਪਾਰ ਬੇਅੰਤ ਪ੍ਰਭੂ ਅਘਾਟ ਸਰੀਰਾਂ ਤੋਂ ਰਹਿਤ, ਸਰੀਰਾਂ ਤੋਂ ਬਾਹਰ ਵੀ ਹੈ, ਪਰੰਤੂ ਸਾਰਿਆਂ ਘਟ ਮੈਂ ਖੇਲੈ ਹਿਰਦਿਆਂ ਵਿੱਚ ਖੇਲ ਰਿਹਾ ਹੈ, ਹਿਰਦਿਆਂ ਤੋਂ ਬਾਹਰ ਵੀ ਹੈ। ਆਘਾਟ ਇੱਕ ਰਸ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਸਾਰੇ ਸਰੀਰਾਂ ਵਿੱਚ ਖੇਲ ਰਿਹਾ ਹੈ। ਉਸ ਪਰਮੇਸ਼ਰ ਨਾਲ ਹਿਰਦੇ ਵਿੱਚ ਪ੍ਰੇਮ ਦੀ ਖੇਡ ਖੇਡਣਾ ਕਰ। ਜਿਨ ਪ੍ਰੇਮ ਕੀਏ ਤਿਨ ਹੀ ਪ੍ਰਭ ਪਾਏ। ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਪਾਉਣਾ ਕੀਤਾ ਹੈ, ਉਹਨਾਂ ਨੇ ਹੀ ਪਾਉਣਾ ਕੀਤਾ ਹੈ ਪਰਮੇਸ਼ਰ ਨੂੰ। ਕਿ ਹੇ ਭਾਈ ਉਸ ਪਰਮੇਸ਼ਰ ਨਾਲ ਹਿਰਦੇ ਵਿੱਚ ਪ੍ਰੇਮ ਦੀ ਖੇਡ ਖੇਡਣਾ ਕਰ। ਪ੍ਰੇਮ ਦੀ ਖੇਡ ਖੇਡਣ ਦੇ ਨਾਲ ਹੀ ਪ੍ਰਾਪਤੀ ਹੋਏਗੀ। ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹਿ ਸਮਾਏ। ਫਿਰ ਉਸ ਭਗਤ ਨੂੰ, ਉਸ ਸੇਵਕ ਨੂੰ ਕਾਲ ਜਮਕਾਲ ਕਦੇ ਸੰਸਾਰ ਦੀ ਕਲਪਨਾ ਹੁਜਤ ਤਰਕ ਕਦਾਚਿਤ ਵੀ ਨਹੀਂ ਖਾ ਸਕਦੀ। ਜੇ ਹਿਰਦੇ ਦੇ ਵਿੱਚ ਪ੍ਰੇਮ ਦੀ ਖੇਡ ਖੇਡਣਾ ਕਰੇਗਾ, ਫਿਰ ਉਸ ਭਗਤ ਨੂੰ ਜਮਕਾਲ ਅਤੇ ਸੰਸਾਰ ਦੀ ਕਲਪਨਾ ਕਦੇ ਵੀ ਨਹੀਂ ਖਾ ਸਕੇਗੀ। ਕਲਪਨਾ ਨਹੀਂ ਫੁਰੇਗੀ ਤੇ ਜਮਕਾਲ ਵੀ ਉਸ 'ਤੇ ਮਾਰ ਨਹੀਂ ਕਰ ਸਕੇਗਾ। ਆਦ ਪੁਰਖ ਮੈਂ ਰਹਿ ਸਮਾਏ। ਕਿ ਭਗਤ ਜੀ ਨੂੰ ਕਹਿਣ ਲੱਗੇ ਪੰਡਤ ਜੀ, ਹੇ ਕਬੀਰ ਜੀ, ਫਿਰ ਉਹ ਭਗਤ ਕਿੱਥੇ ਜਾਏਗਾ?
ਤਾਂ ਭਗਤ ਜੀ ਕਹਿਣ ਲੱਗੇ ਆਦਿ ਪੁਰਖ ਮੈਂ ਰਹਿ ਸਮਾਏ, ਕਿ ਉਹ ਭਗਤ ਸਭਨਾ ਦੇ ਆਦਿ ਮੁੱਢ ਰੂਪ ਅਤੇ ਪੂਰਨ ਰੂਪ ਪਰਮੇਸ਼ਰ ਦੇ ਵਿੱਚ ਸਮਾਇਆ ਰਹਿੰਦਾ ਹੈ। ਦੋਹਿਆ ਦੋਹ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਦੁਤੀਆ ਦੂਜ ਥਿਤ ਦੁਆਰਾ ਕਥਨ ਕਰਦੇ ਹਨ ਕਿ ਦੋਹ ਕਰ ਜਾਣੈ ਅੰਗ, ਕਿ ਹੇ ਅੰਗ ਹੈ ਪਿਆਰੇ, ਉਸ ਪਰਮੇਸ਼ਰ ਦਾ ਜਾਣਨਾ ਬਹੁਤ ਹੀ ਦੋਹ ਕਰ ਕਠਨ ਹੈ, ਔਖਾ ਹੈ। ਦੁਤੀਆ ਦੋਹ ਕਰ ਜਾਣੈ ਅੰਗ, ਕਿ ਦੁਤੀਆ ਦੂਜ ਥਿਤ ਦੁਆਰਾ ਕਥਨ ਕਰਦੇ ਹਨ ਕਿ ਹੇ ਅੰਗ ਹੈ ਪਿਆਰੇ, ਉਸ ਪਰਮੇਸ਼ਰ ਦਾ ਜਾਣਨਾ ਬਹੁਤ ਹੀ ਦੋਹ ਕਰ ਕਠਨ ਹੈ। ਹੇ ਅੰਗ ਹੈ ਪਿਆਰੇ, ਇਸ ਸੰਸਾਰ ਨੂੰ ਦੋਹਾਂ ਕਰਕੇ ਬਣਿਆ ਹੋਇਆ ਜਾਣਨਾ ਕਰ। ਇੱਕ ਤਾਂ ਮਾਇਆ, ਦੂਜਾ ਬ੍ਰਹਮ ਪਰਮੇਸ਼ਰ ਕਰਕੇ ਬਣਿਆ ਹੈ। ਮਾਇਆ ਬ੍ਰਹਮ ਰਮੈ ਸਭ ਸੰਗ,